YouTube ਚੈਨਲ ਸਾਇੰਸ ਇਨ ਪੰਜਾਬੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਦੇ ਵਿੱਚ ਸਕਸੈਸਸ ਆਫ ਬੋਹਰਸ ਮਾਡਲ ਆਫ ਐਟਮ ਅਤੇ ਲਿਮਿਟੇਸ਼ਨਸ ਆਫ ਬੋਹਰਸ ਮਾਡਲ ਆਫ ਐਟਮ ਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇਗੀ। ਸਕਸੈਸਸ ਆਫ ਬੋਹਰਸ ਮਾਡਲ ਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਹੈ ਉਹ ਇਹ ਹੈ ਕਿ ਇਟ ਐਕਸਪਲੇਨਸ ਦੀ ਸਟੇਬਿਲਿਟੀ ਆਫ ਦੀ ਐਟਮ, ਕਿ ਬੋਹਰਸ ਮਾਡਲ ਨੇ ਸਟੇਬਿਲਿਟੀ ਆਫ ਐਟਮ ਨੂੰ ਐਕਸਪਲੇਨ ਕੀਤਾ। ਕਿਉਂਕਿ ਬੋਹਰ ਮਾਡਲ ਦੇ ਵਿੱਚ ਇਹ ਕਿਹਾ ਗਿਆ ਕਿ ਇਲੈਕਟ੍ਰੋਨ ਨਿਊਕਲੀਅਸ ਦੇ ਦੁਆਲੇ ਜਿੰਨੀ ਦੇਰ ਘੁੰਮਦਾ ਰਹਿੰਦਾ ਹੈ ਤਾਂ ਉਸ ਦੀ એનર્ਜੀ ਨਾ ਵੱਧਦੀ ਹੈ ਤੇ ਨਾ ਹੀ ਘਟਦੀ ਹੈ। ਇਸ ਕਰਕੇ ਉਹ ਨਿਊਕਲੀਅਸ ਦੇ ਵਿੱਚ ਆ ਕੇ ਨਹੀਂ ਵੱਜਦਾ ਤੇ ਐਟਮ ਜਿਹੜਾ ਹੈ ਉਹ ਸਟੇਬਲ ਹੈ। ਦੂਸਰਾ ਪੁਆਇੰਟ, ਇਟ ਹੈਲਪਸ ਟੂ ਕੈਲਕੂਲੇਟ ਦੀ એનર્ਜੀ ਆਫ ਦੀ ਇਲੈਕਟ੍ਰੋਨ ਇਨ ਦੀ nth ਔਰਬਿਟ। n ਕੋਈ ਵੀ ਨੰਬਰ ਹੋ ਸਕਦਾ। ਸੋ ਜੇ ਅਸੀਂ એનર્ਜੀ ਆਫ ਇਲੈਕਟ੍ਰੋਨ ਕੈਲਕੂਲੇਟ ਕਰਨੀ ਹੋਵੇ ਇਨ ਦੀ nth ਔਰਬਿਟ, ਨਿਊਕਲੀਅਸ ਦੇ ਆਸ-ਪਾਸ ਪਹਿਲਾ ਔਰਬਿਟ ਹੋਵੇ, ਦੂਸਰਾ ਹੋਵੇ, ਤੀਸਰਾ ਹੋਵੇ, ਚੌਥਾ ਹੋਵੇ, ਜਿਹੜੇ ਵੀ ਔਰਬਿਟ ਦੇ ਵਿੱਚ ਇਲੈਕਟ੍ਰੋਨ ਘੁੰਮ ਰਿਹਾ ਹੈ ਉਸ ਇਲੈਕਟ੍ਰੋਨ ਦੀ ਉਸ ਔਰਬਿਟ ਦੇ ਹਿਸਾਬ ਨਾਲ ਜੇ ਅਸੀਂ એનર્ਜੀ ਕੈਲਕੂਲੇਟ ਕਰਨੀ ਹੋਵੇ ਤਾਂ ਇਸ ਫਾਰਮੂਲੇ ਦੇ ਨਾਲ ਅਸੀਂ ਕੈਲਕੂਲੇਟ ਕਰ ਸਕਦੇ ਹਾਂ। En equal to -2 pi square m e raised to power 4 z square divided by n square h square। ਇਹਦੇ ਵਿੱਚ m ਹੈ ਮਾਸ ਆਫ ਇਲੈਕਟ੍ਰੋਨ, e ਹੈ ਚਾਰਜ ਆਫ ਇਲੈਕਟ੍ਰੋਨ, z ਇਜ਼ ਨਿਊਕਲੀਅਰ ਚਾਰਜ, ਜਿਹੜਾ z ਹੈ ਇਹ ਹੈ ਨਿਊਕਲੀਅਰ ਚਾਰਜ ਔਰ ਅਟੋਮਿਕ ਨੰਬਰ ਆਫ ਐਲੀਮੈਂਟ, ਜਿਹੜੇ ਐਲੀਮੈਂਟ ਦੀ ਅਸੀਂ ਗੱਲ ਕਰਾਂਗੇ ਉਹਦਾ ਅਟੋਮਿਕ ਨੰਬਰ। h ਇਜ਼ ਪਲੈਂਕਸ ਕਾਂਸਟੈਂਟ ਤੇ ਜਿਹੜੀ h ਦੀ ਵੈਲਿਊ ਹੁੰਦੀ ਹੈ 6.626 × 10⁻34 ਜੂਲ ਸੈਕਿੰਡ। ਲਾਸਟ ਪੁਆਇੰਟ ਹੈ, ਇਟ ਐਕਸਪਲੇਨਸ ਸਕਸੈਸਫੁਲੀ ਦ ਲਾਈਨ ਸਪੈਕਟਰਮ ਆਫ ਹਾਈਡਰੋਜਨ। ਕਿ ਬੋਹਰ ਮਾਡਲ ਨੇ ਲਾਈਨ ਸਪੈਕਟਰਮ ਆਫ ਹਾਈਡਰੋਜਨ ਨੂੰ ਵੀ ਸਕਸੈਸਫੁਲੀ ਐਕਸਪਲੇਨ ਕੀਤਾ। ਅੱਗੇ ਹੈ ਲਿਮਿਟੇਸ਼ਨਸ ਆਫ ਬੋਹਰਸ ਮਾਡਲ ਆਫ ਐਟਮ। ਪਹਿਲੀ ਲਿਮਿਟੇਸ਼ਨ, ਇਟ ਫੇਲਸ ਟੂ ਐਕਸਪਲੇਨ ਦੀ ਸਪੈਕਟਰ ਆਫ ਐਟਮਸ ਹੈਵਿੰਗ ਮੋਰ ਦੈਨ 1 ਇਲੈਕਟ੍ਰੋਨ। ਇੱਕ ਇਲੈਕਟ੍ਰੋਨ ਵਾਲਾ ਜਿਹੜਾ ਐਟਮ ਐਲੀਮੈਂਟ ਹੈ ਜਿਵੇਂ ਹਾਈਡਰੋਜਨ, ਉਹਦਾ ਤਾਂ ਇਹਨੇ ਸਪੈਕਟਰਾ ਐਕਸਪਲੇਨ ਕੀਤਾ ਸੀ, ਪਰ ਇੱਕ ਤੋਂ ਵੱਧ ਇਲੈਕਟ੍ਰੋਨ ਮਤਲਬ ਹਾਈਡਰੋਜਨ ਛੱਡ ਕੇ ਜਿਹੜੇ ਬਾਕੀ ਦੇ ਹੋਰ ਐਟਮਸ ਹੋਣਗੇ ਉਹਨਾਂ ਦਾ ਸਪੈਕਟਰਾ ਬੋਹਰਸ ਮਾਡਲ ਦੇ ਨਾਲ ਐਕਸਪਲੇਨ ਨਹੀਂ ਕੀਤਾ ਜਾ ਸਕਿਆ। ਇਹ ਪਹਿਲਾ ਫੇਲੀਅਰ। ਦੂਸਰਾ, ਇਟ ਫੇਲਸ ਟੂ ਐਕਸਪਲੇਨ ਕਾਜ਼ ਆਫ ਕੈਮੀਕਲ ਕੰਬੀਨੇਸ਼ਨ ਐਂਡ ਦੀ ਸ਼ੇਪਸ ਆਫ ਮੋਲੀਕਿਊਲਸ ਅਰਾਈਜ਼ਿੰਗ ਆਊਟ ਆਫ ਇਟ। ਬੋਹਰ ਦੇ ਮਾਡਲ ਦੇ ਨਾਲ ਇਹ ਵੀ ਐਕਸਪਲੇਨ ਨਹੀਂ ਕੀਤਾ ਜਾ ਸਕਿਆ ਕਿ ਵੀ ਕੈਮੀਕਲ ਕੰਬੀਨੇਸ਼ਨ ਕਿਉਂ ਹੁੰਦਾ ਹੈ, ਕਾਜ਼ ਆਫ ਕੈਮੀਕਲ ਕੰਬੀਨੇਸ਼ਨ, ਕਿ ਵੀ ਇਹ ਕੰਬਾਈਨ ਕਿਉਂ ਕਰਦੇ ਨੇ ਕੈਮੀਕਲਸ, ਐਂਡ ਸ਼ੇਪਸ ਆਫ ਮੋਲੀਕਿਊਲਸ ਡਿਊ ਟੂ this chemical combination। ਤੀਸਰਾ ਹੈ, it fails to explain a Z-man effect। Z-man effect ਕੀ ਹੁੰਦਾ ਹੈ? splitting of spectral lines under the influence of strong magnetic field। ਜਦੋਂ ਬਹੁਤ ਜ਼ਿਆਦਾ strong magnetic field ਦੇ ਵਿੱਚ ਦੇਖਿਆ ਜਾਵੇ ਤਾਂ spectral lines ਜਿਹੜੀਆਂ ਨੇ ਉਹ ਸਪਲਿਟ ਹੋ ਕੇ ਕਈ ਬਣ ਜਾਂਦੀਆਂ ਨੇ। ਫਿਰ ਇਹ ਕਿਉਂ ਹੁੰਦਾ ਹੈ? ਇਹ ਵੀ ਬੋਹਰ ਮਾਡਲ ਦੇ ਨਾਲ ਐਕਸਪਲੇਨ ਨਹੀਂ ਕੀਤਾ ਜਾ ਸਕਿਆ। ਨੈਕਸਟ ਹੈ, ਇਟ ਫੇਲਸ ਟੂ ਐਕਸਪਲੇਨ ਸਟਾਰਕ ਇਫੈਕਟ। ਸਟਾਰਕ ਇਫੈਕਟ ਕੀ ਹੁੰਦਾ ਹੈ? ਸਪਲਿਟਿੰਗ ਆਫ ਸਪੈਕਟਰਲ ਲਾਈਨਸ ਅੰਡਰ ਦੀ ਇਨਫਲੂਐਂਸ ਆਫ ਇਲੈਕਟ੍ਰਿਕ ਫੀਲਡ। ਜ਼ੀਮੈਨ ਇਫੈਕਟ ਦੇ ਵਿੱਚ ਹੁੰਦਾ ਹੈ ਸਪੈਕਟਰਲ ਲਾਈਨਸ ਦੀ ਸਪਲਿਟਿੰਗ ਅੰਡਰ ਦੀ ਇਨਫਲੂਐਂਸ ਆਫ ਮੈਗਨੈਟਿਕ ਫੀਲਡ। ਸਟਾਰਕ ਇਫੈਕਟ ਹੁੰਦਾ ਹੈ ਸਪਲਿਟਿੰਗ ਆਫ ਸਪੈਕਟਰਲ ਲਾਈਨਸ ਅੰਡਰ ਦੀ ਇਨਫਲੂਐਂਸ ਆਫ ਇਲੈਕਟ੍ਰਿਕ ਫੀਲਡ। ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਬੋਹਰ ਮਾਡਲ ਦੇ ਨਾਲ ਐਕਸਪਲੇਨ ਨਹੀਂ ਕੀਤੀਆਂ ਜਾ ਸਕੀਆਂ। ਨੈਕਸਟ ਪੁਆਇੰਟ ਜਿਹੜਾ ਫੇਲੀਅਰ ਦੇ ਵਿੱਚ ਹੈ ਉਹ ਹੈਗਾ, ਇਟ ਫੇਲਸ ਟੂ ਐਕਸਪਲੇਨ 3 ਡਾਇਮੈਂਸ਼ਨਲ ਮਾਡਲ ਆਫ ਐਨ ਐਟਮ। ਉਹ 3 ਡਾਇਮੈਂਸ਼ਨਲ ਮਾਡਲ ਜਿਹੜਾ ਐਟਮ ਦਾ ਉਹ ਵੀ ਐਕਸਪਲੇਨ ਨਹੀਂ ਕੀਤਾ ਜਾ ਸਕਿਆ ਬੋਹਰ ਮਾਡਲ ਦੇ ਦੁਆਰਾ। ਅਗਲਾ ਪੁਆਇੰਟ, ਇਟ ਫੇਲਸ ਟੂ ਐਕਸਪਲੇਨ ਰਿਲੇਟਿਵ ਇੰਟੈਂਸਿਟੀਜ਼ ਆਫ ਸਪੈਕਟਰਲ ਲਾਈਨਸ। ਸਪੈਕਟਰਲ ਲਾਈਨ ਦੀ ਇੰਟੈਂਸਿਟੀ ਜਿਹੜੀ ਹੁੰਦੀ ਹੈ, ਇੰਟੈਂਸਿਟੀ ਦਾ ਮਤਲਬ ਹੁੰਦਾ ਕਿ ਸਿਗਨਲ ਕਿੰਨਾ ਕੁ ਸ਼ਾਰਪ, ਉੱਪਰ ਨੂੰ ਕਿੰਨੀ ਕੁ ਜ਼ਿਆਦਾ ਜਿਹੜੀ ਹੈ ਇੰਟੈਂਸਿਟੀ ਹੈ, ਉਹ ਵੀ ਐਕਸਪਲੇਨ ਨਹੀਂ ਕੀਤੀ ਜਾ ਸਕੀ। ਨੈਕਸਟ ਪੁਆਇੰਟ, ਬੋਹਰ ਕੰਸੀਡਰ ਇਲੈਕਟ੍ਰੋਨ ਓਨਲੀ ਐਜ਼ ਏ ਪਾਰਟੀਕਲ।
ਬੋਹਰ ਨੇ ਇਲੈਕਟ੍ਰੋਨ ਨੂੰ ਸਿਰਫ ਇੱਕ ਪਾਰਟੀਕਲ ਮੰਨਿਆ, ਇੱਕ ਕਣ ਮੰਨਿਆ, ਬਟ ਅਕੋਰਡਿੰਗ ਟੂ ਡੀ ਬਰੋਗਲੀ ਇਲੈਕਟ੍ਰੋਨ ਹੈਜ਼ ਪਾਰਟੀਕਲ ਐਜ਼ ਵੈਲ ਐਜ਼ ਵੇਵ ਕਰੈਕਟਰ। ਪਰ ਬਾਅਦ ਦੇ ਵਿੱਚ ਡੀ ਬਰੋਗਲੀ ਦਾ ਕੰਸੈਪਟ ਹੋਂਦ ਵਿੱਚ ਆਇਆ, ਜਿਸ ਦੇ ਅਕੋਰਡਿੰਗਲੀ ਇਲੈਕਟ੍ਰੋਨ ਦਾ ਪਾਰਟੀਕਲ ਕਰੈਕਟਰ ਵੀ ਹੁੰਦਾ ਹੈ ਅਤੇ ਵੇਵ ਕਰੈਕਟਰ ਵੀ ਹੁੰਦਾ ਹੈ। ਇਸ ਕਰਕੇ ਇਹ ਗੱਲ ਜਿਹੜੀ ਹੈ ਬੋਹਰ ਮਾਡਲ ਦੇ ਅਗੇਂਸਟ ਹੈ। ਲਾਸਟ ਪੁਆਇੰਟ ਹੈ ਫੇਲੀਅਰ ਦੇ ਨਾਲ ਰਿਲੇਟਡ, ਉਹ ਹੈ ਕਿ ਅਕੋਰਡਿੰਗ ਟੂ ਬੋਹਰ ਇਲੈਕਟ੍ਰੋਨ ਮੂਵਜ਼ ਇਨ ਏ ਵੈਲ ਡਿਫਾਈਨਡ ਸਰਕੂਲਰ ਪਾਥ, ਜਿਹਨੂੰ ਕਿ ਆਰਬਿਟ ਕਿਹਾ ਜਾਂਦਾ ਹੈ, ਕਾਲਡ ਆਰਬਿਟ। ਕਿ ਇਲੈਕਟ੍ਰੋਨ ਤਾਂ ਇੱਕ ਫਿਕਸ ਸਰਕੂਲਰ ਪਾਥ ਦੇ ਵਿੱਚ ਘੁੰਮਦਾ, ਜਿਹਨੂੰ ਕਿਹਾ ਜਾਂਦਾ ਹੈ ਆਰਬਿਟ। ਬਟ ਅਕੋਰਡਿੰਗ ਟੂ ਹਿਜ਼ਨਬਰਗਜ਼ ਅਨਸਰਟਨਟੀ ਪ੍ਰਿੰਸੀਪਲ, ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਦੀ ਐਗਜ਼ੈਕਟ ਪੋਜੀਸ਼ਨ ਐਂਡ ਮੋਮੈਂਟਮ ਆਫ ਇਲੈਕਟ੍ਰੋਨ। ਪਰ ਬਾਅਦ ਦੇ ਵਿੱਚ ਜਿਹੜਾ ਹਿਜ਼ਨਬਰਗ ਦਾ ਅਨਸਰਟਨਟੀ ਪ੍ਰਿੰਸੀਪਲ ਹੈ, ਉਹਨੇ ਇਹ ਕਿਹਾ, ਉਸ ਪ੍ਰਿੰਸੀਪਲ ਦੇ ਅਕੋਰਡਿੰਗਲੀ ਇਹ ਕਿਹਾ ਜਾਂਦਾ ਹੈ ਕਿ ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਦੀ ਐਗਜ਼ੈਕਟ ਪੋਜੀਸ਼ਨ, ਕਿ ਬਿਲਕੁਲ ਐਗਜ਼ੈਕਟਲੀ ਅਸੀਂ ਪੋਜੀਸ਼ਨ ਦੱਸ ਹੀ ਨਹੀਂ ਸਕਦੇ, ਨਾ ਹੀ ਮੋਮੈਂਟਮ ਦੱਸ ਸਕਦੇ ਹਾਂ ਆਫ ਐਨ ਇਲੈਕਟ੍ਰੋਨ। ਜਦੋਂ ਅਸੀਂ ਫਿਕਸ ਪੋਜੀਸ਼ਨ, ਐਗਜ਼ੈਕਟ ਪੋਜੀਸ਼ਨ ਦੱਸ ਨਹੀਂ ਸਕਦੇ, ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਬਈ ਉਹ ਇੱਕ ਇਲੈਕਟ੍ਰੋਨ ਜਿਹੜਾ ਹੈ ਉਹ ਇੱਕ ਵੈਲ ਡਿਫਾਈਨਡ ਸਰਕੂਲਰ ਪਾਥ ਦੇ ਉੱਤੇ ਘੁੰਮਦਾ, ਵੈਲ ਡਿਫਾਈਨਡ ਸਰਕੂਲਰ ਪਾਥ, ਜਿਹਨੂੰ ਆਰਬਿਟ ਕਿਹਾ ਜਾਂਦਾ। ਇਸ ਕਰਕੇ ਇਹ ਜਿਹੜੀ ਗੱਲ ਹੈ ਇਹ ਵੀ ਬੋਹਰ ਮਾਡਲ ਦੇ ਅਗੇਂਸਟ ਹੈ ਅਤੇ ਇਹ ਇੱਕ ਫੇਲੀਅਰ ਹੈ ਬੋਹਰ ਮਾਡਲ ਦਾ।